ਸ਼ਮਾਦਾਨ। ਜੀ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਵਾਗਤ ਹੈ ਸਾਰੇ ਹੀ ਸਰੋਤਿਆਂ ਦਾ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ, ਅਤੇ ਮੈਂ ਜਸਪ੍ਰੀਤ ਸਿੰਘ ਹਾਜ਼ਰ ਹਾਂ ਜੀ ਤੁਹਾਡੇ ਨਾਲ ਗੱਲਬਾਤ ਕਰਨ ਦੇ ਲਈ ਅਤੇ ਪ੍ਰੋਗਰਾਮ ਨੂੰ ਅੱਗੇ ਵਧਾਉਣ ਦੇ ਲਈ। ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਸਾਡੇ ਨਾਲ ਸੀਨੀਅਰ ਡਾਕਟਰ ਹਰਸ਼ਿੰਦਰ ਕੌਰ ਜੀ। ਸੋ ਡਾਕਟਰ ਹਰਸ਼ਿੰਦਰ ਕੌਰ ਜੀ ਪਟਿਆਲਾ ਤੋਂ, ਉਹ ਸਾਡੇ ਨਾਲ ਫੋਨ ਲਾਈਨ ਦੇ ਜ਼ਰੀਏ ਜੁੜ ਚੁੱਕੇ ਨੇ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ, ਤੇ ਤੁਹਾਡੇ ਰਾਹੀਂ ਜਿੰਨੇ ਵੀ ਸੁਣ ਰਹੇ ਨੇ ਸਭਨਾਂ ਨੂੰ ਨਿੱਘੀ ਫਤਿਹ ਜੀ। ਸੋ ਹਰਜਿੰਦਰ ਕੌਰ ਜੀ, ਜੇ ਆਪਾਂ ਗੱਲਬਾਤ ਕਰੀਏ ਤਾਂ ਪੰਜਾਬ ਦੇ ਵਿੱਚ ਮੁੱਦਾ ਇਸ ਵਕਤ ਜਿਹੜਾ ਹੈ ਛਾਇਆ ਪਿਆ, ਉਹ ਹਥਿਆਰਾਂ ਦਾ ਛਾਇਆ ਪਿਆ, ਕਿਉਂਕਿ ਕਤਲ ਹੋ ਗਿਆ ਜੀ ਇੱਕ ਨਾਮੀ ਸਿੰਗਰ ਦਾ। ਸੋ ਪੂਰੇ ਪੰਜਾਬ ਦੇ ਵਿੱਚ ਇਹੀ ਮੁੱਦਾ ਚੱਲ ਰਿਹਾ। ਮੈਂ ਕਹੂੰਗਾ ਕਿ ਪਿਛਲੇ ਕੋਈ 25-26 ਘੰਟਿਆਂ ਤੋਂ ਲਗਾਤਾਰ ਇਹੀ ਚਰਚਾ ਹੋ ਰਹੀ ਹੈ। ਸੋ ਕਿਵੇਂ ਦੇਖਦੇ ਹੋ ਜੀ ਇਸ ਸਾਰੇ ਵਰਤਾਰੇ ਨੂੰ, ਤੇ ਤੁਹਾਡਾ ਕੀ ਮੰਨਣਾ ਹੈ ਇਸ ਵਕਤ ਜੀ? ਦੇਖੋ, ਇੱਕ ਮਾਂ ਹੁੰਦਿਆਂ ਹੋਇਆਂ ਮੈਂ ਸਮਝ ਸਕਦੀ ਹਾਂ ਕਿ ਕਿਸੇ ਮਾਂ ਦੀ ਗੋਦ ਸੁੰਨੀ ਹੋਵੇ ਤਾਂ ਕਿੰਨਾ ਕੁ ਉਹਦੇ ਵਿੱਚ ਉਸ ਮਾਂ ਨੂੰ ਸਹਿਣਾ ਪੈਂਦਾ, ਬਿਲਕੁਲ, ਕਿੰਨੀ ਕੁ ਪੀੜ ਹੁੰਦੀ ਹੈ। ਪਰ ਗੱਲ ਇਹ ਹੈ ਕਿ ਕੀ ਅਜਿਹੇ ਹੰਝੂ ਇੱਕ ਜਾਂ ਦੋ ਨੇ? ਜੀ ਅਸੀਂ ਦੇਖਦੇ ਆ ਰਹੇ ਹਾਂ ਕਿ ਬੇਗੁਨਾਹਾਂ ਨੂੰ ਇਸ ਤਰੀਕੇ ਮਾਰਿਆ ਜਾਣਾ, ਦੁਨੀਆ ਭਰ ਦੇ ਵਿੱਚ ਇਹ ਵਰਤਾਰਾ ਤੁਰਿਆ ਹੋਇਆ। ਪਰ ਅਸੀਂ ਅੱਜ ਦੇ ਦਿਨ ਜੇ ਝਾਤ ਮਾਰੀਏ ਤਾਂ ਇਹ ਸੁਰੱਖਿਆ ਆਮ ਲੋਕਾਂ ਤੇ ਸਭ ਤੋਂ ਵੱਧ ਮਾਰੂ ਸਾਬਤ ਹੋ ਰਹੀ ਹੈ। ਜੋ ਆਮ ਲੋਕ ਨੇ, ਤੁਸੀਂ ਹੋ, ਮੈਂ ਆ, ਸਾਨੂੰ ਇਸ ਵੇਲੇ ਅਸੀਂ ਇੰਨੇ ਕੁ ਅਸੁਰੱਖਿਅਤ ਮਹਿਸੂਸ ਕਰ ਰਹੇ ਹਾਂ ਕਿ ਸਾਨੂੰ ਦਿਸਦਾ ਹੈ ਕਿ ਜਦੋਂ ਵਿਕਸਿਤ ਮੁਲਕਾਂ ਵਿੱਚ ਵੀ ਉਹਨਾਂ ਦੇ ਪ੍ਰੈਜ਼ੀਡੈਂਟਾਂ ਦਾ ਕਤਲ ਹੋ ਜਾਂਦਾ ਹੈ, ਜਦੋਂ ਹਿਊਮਨ ਬੌਂਬਸ ਇੱਥੇ ਫਿਰਦੇ ਨੇ ਜਿਨ੍ਹਾਂ ਨੂੰ ਇੱਕ ਤਰੀਕੇ ਇਨਸਾਨ ਹੀ ਨਹੀਂ ਰਹਿਣ ਦਿੱਤਾ ਜਾਂਦਾ, ਜਿਨ੍ਹਾਂ ਦੇ ਮਨਾਂ 'ਚ ਸਿਰਫ ਤੇ ਸਿਰਫ ਜ਼ਹਿਰ ਪਾ ਕੇ ਇੱਕ ਅਜਿਹੇ ਬੰਬ, ਜੋ ਮਨੁੱਖੀ ਬੰਬ ਜੋ ਬੇਰਹਿਮ ਹੁੰਦਾ ਜੇ, ਉਹਨੂੰ ਬਣਾ ਕੇ ਜੋ ਅਸੀਂ ਬਾਹਰ ਤੋਰਦੇ ਹਾਂ, ਜਿਸ ਦਾ ਸ਼ਾਇਦ ਨਿਸ਼ਾਨਾ ਕੋਈ ਇੱਕ ਹੁੰਦਾ, ਪਰ ਜਦੋਂ ਇਹੋ ਜਿਹਾ ਬੰਬ ਫਟਦਾ ਉਹ ਕਿੰਨਿਆਂ ਹੋਰ ਨੂੰ ਨਾਲ ਲੈ ਜਾਂਦਾ। ਉਹ ਬੇਦੋਸਿਆਂ ਦਾ ਮਾਰਿਆ ਜਾਣਾ ਕਦੇ ਵੀ ਰੁਕਿਆ ਨਹੀਂ, ਭਾਵੇਂ ਉਹ ਘੱਲੂਘਾਰੇ ਹੋਣ, ਭਾਵੇਂ ਉਹ ਮੁਲਕਾਂ ਦੀ ਵੰਡ ਹੋਵੇ, ਤੇ ਭਾਵੇਂ ਆਪਸੀ ਗੈਂਗ ਵਾਰਜ਼ ਹੋਣ ਜਾਂ ਆਪਸੀ ਦੁਸ਼ਮਣੀਆਂ, ਜਿਨ੍ਹਾਂ ਦੇ ਵਿੱਚ ਅਸੀਂ ਵੇਖ ਰਹੇ ਹਾਂ ਕਿ ਇੱਕ ਸੇਮ ਹੀ ਪ੍ਰੋਫੈਸ਼ਨ ਦਾ ਆਪਸੀ ਇੰਨਾ ਜ਼ਿਆਦਾ, ਕਈ ਵਾਰ ਇੱਕ ਡਾਕਟਰ ਦੂਜੇ ਡਾਕਟਰ ਨੂੰ ਮਰਵਾ ਦਿੰਦਾ ਹੈ, ਇੱਕ ਸਿੰਗਰ ਦੂਸਰੇ ਸਿੰਗਰ ਦੇ ਵਿਰੁੱਧ ਖੜਾ ਹੋ ਜਾਂਦਾ ਹੈ, ਇੱਕ ਬਿਜ਼ਨਸਮੈਨ ਦੂਜੇ ਬਿਜ਼ਨਸਮੈਨ ਨੂੰ ਵਧਣ ਨਹੀਂ ਦਿੰਦਾ। ਇਹ ਪੋਲੀਟੀਕਲ ਮਰਡਰਸ ਵੱਖਰੇ ਇੱਕ ਲੈਵਲ ਤੇ ਖੜੇ ਨੇ। ਸੋ ਇਹ ਸਾਰਾ ਵਰਤਾਰਾ ਵੇਖਦਿਆਂ ਹੋਇਆਂ ਅਸੀਂ ਕਦੇ ਦੁਨੀਆ ਭਰ ਦੇ ਵਿੱਚ ਸਦਭਾਵਨਾ ਦੀ ਲਹਿਰ ਜਦੋਂ ਗੱਲ ਖੜੀ ਕੀਤੀ ਜਾਵੇ, ਤੁਸੀਂ ਵੇਖੋ ਕਿੰਨੇ ਕੁ ਉਂਗਲਾਂ ਤੇ ਗਿਣੇ ਜਾਣ ਵਾਲੇ ਲੋਕ ਇਕੱਠੇ ਹੁੰਦੇ ਨੇ। ਬਿਲਕੁਲ। ਸਾਡੇ ਤੋਂ ਪਹਿਲਾਂ, ਤੁਹਾਨੂੰ ਪਤਾ ਜੇ, ਕੋਈ ਪਹਿਲੀ ਮੌਤ ਨਹੀਂ। ਸਾਡੇ ਬਹੁਤ ਨੌਜਵਾਨ ਮੁੰਡਿਆਂ ਨੂੰ ਜਿਸ ਤਰੀਕੇ ਬੇਦਰਦੀ ਨਾਲ ਮਾਰਿਆ ਗਿਆ, ਜਿਨ੍ਹਾਂ ਵਿੱਚ ਭਾਵੇਂ ਕੁਸ਼ਤੀ ਦੇ ਹੋਣ ਉਹ ਸਾਡੇ ਵੀਰ, ਜਾਂ ਦੀਪ ਸਿੱਧੂ ਵਰਗੇ ਹੋਣ, ਜਾਂ ਅੱਜ ਸਿੱਧੂ ਮੂਸੇਵਾਲਾ ਜੀ ਵਰਗੇ ਹੋਣ, ਇਹ ਸਾਰੇ ਸਾਡੇ ਜਵਾਨ ਪੁੱਤਰ ਮਰ ਵੀ ਸਾਡੇ ਪੰਜਾਬ ਦੇ ਸਿਰ ਕੱਢ ਰਹੇ ਨੇ, ਤੇ ਮਾਰ ਵੀ ਬਹੁਤਿਆਂ ਨੂੰ ਪੰਜਾਬੀ ਹੀ ਰਹੇ ਨੇ। ਇਹਨਾਂ ਦੇ ਮਨਾਂ ਵਿੱਚ ਜੋ ਵੈਰ ਭਾਵਨਾ ਸ਼ੁਰੂ ਹੋਈ ਹੈ, ਜਾਂ ਇਹਨਾਂ ਦੇ ਮਨਾਂ ਵਿੱਚ ਜਿਸ ਤਰੀਕੇ ਇਹਨਾਂ ਨੂੰ ਖੁਦਾ ਬਣਾ ਕੇ ਅਗਾਂਹ ਲਿਆਇਆ ਜਾਂਦਾ, ਜਾਂ ਜਿਸ ਤਰੀਕੇ ਮੀਡੀਆ ਰਾਹੀਂ ਇਹਨਾਂ ਨੂੰ ਉਜਾਗਰ ਕੀਤਾ ਜਾਂਦਾ, ਮੈਂ ਖਿਮਾ ਕਰਿਓ ਪਰ ਜੋ ਗਲਤ ਚੀਜ਼ ਹੈ ਉਹਨੂੰ ਗਲਤ ਕਹਿ ਦੇਣਾ ਚਾਹੀਦਾ। ਜੇ ਸਾਡਾ ਕੁਝ ਹਿੱਸਾ, ਉਹਨਾਂ ਚੀਜ਼ਾਂ ਨੂੰ ਜੀ ਕੁਝ ਹਿੱਸਾ ਮੀਡੀਆ ਦਾ ਸਾਡੇ ਗੈਂਗਸਟਰਸ ਨੂੰ ਜ਼ਿਆਦਾ ਉਜਾਗਰ ਕਰਦਾ ਹੈ, ਸਾਡੇ ਨੈਗੇਟਿਵ ਰੋਲਸ ਨੂੰ ਜ਼ਿਆਦਾ ਚੁੱਕਦਾ ਜੇ, ਉਹਦਾ ਮਤਲਬ ਹੈ ਅਸੀਂ ਆਪਣੇ ਨੌਜਵਾਨਾਂ ਲਈ ਇੱਕ ਹੀਰੋ ਤਿਆਰ ਕਰਦੇ ਹਾਂ। ਭਈ ਜੇ ਛਾ ਜਾਣਾ, ਤੁਸੀਂ ਚੁਫੇਰੇ ਦਿਸਣਾ, ਜਾਂ ਡਰ ਦੇ ਬੇਸ ਤੇ ਤੁਸੀਂ ਰਾਜ ਕਰਨਾ, ਤਾਂ ਤੁਸੀਂ ਨੈਗੇਟਿਵ ਐਟੀਟਿਊਡ ਰੱਖੋ। ਸੋ ਉਹ ਸੋਚ ਜੇ ਜਿਹੜੀ ਸਾਡੀ ਅੱਜ ਦੇ ਨੌਜਵਾਨਾਂ ਨੂੰ ਇਸ ਪਾਸੇ ਵੱਲ ਤੋਰ ਰਹੀ ਹੈ ਕਿ ਜੇ ਚੰਗਾ ਕੰਮ ਕਰੋਗੇ ਤਾਂ ਭਾਈ ਇੱਕ ਨਿੱਕੀ ਜਿਹੀ ਅਖਬਾਰ ਦੀ ਕੋਨੇ ਦੇ ਉੱਤੇ 2 ਲਾਈਨਾਂ ਦੀ ਖਬਰ ਹੋਣੀ ਜੇ, ਤੇ ਜੇ ਤੁਸੀਂ ਇਸ ਤਰੀਕੇ ਅਗਾਂਹ ਆਉਣਾ ਤਾਂ ਫਿਰ ਤੁਸੀਂ ਹਮੇਸ਼ਾ ਲਈ ਛਾਏ ਪਏ ਹੋ ਸਭ ਅਖਬਾਰਾਂ ਦੀਆਂ ਸੁਰਖੀਆਂ, ਦੁਨੀਆ ਦਾ ਹਰ ਬੰਦਾ ਤੁਹਾਡੇ ਤੋਂ ਡਰ ਰਿਹਾ, ਭੈ। ਯਾਨੀ ਇਸ ਤਰੀਕੇ ਦੇ ਅਸੀਂ ਜੋ ਸੋਚ ਬੱਚਿਆਂ ਦੇ ਮਨਾਂ ਵਿੱਚ ਪਾ ਰਹੇ ਹਾਂ, ਜਿੱਥੇ ਅਸੀਂ ਉਹਨਾਂ ਨੂੰ ਸਿਖਾਉਂਦੇ ਹਾਂ, ਭਾਈ ਕੋਈ ਟੋਕਿਆ, ਕਿਸੇ ਨੇ ਰੋਕਿਆ, ਦੱਸ ਦੇਈਂ ਤੇਰਾ ਪਿਓ ਕੌਣ ਹੈ,
ਇਹ ਕੌਣ ਨੇ ਜੀ। ਕਹਿਣ ਵਾਲੇ? ਫਿਰ ਇਸੇ ਹੀ ਤਰ੍ਹਾਂ ਭਾਈ ਅਗਾਂਹ ਲੰਘਣਾ ਹੈ, ਦਰੜ ਕੇ ਲੰਘਣਾ ਹੈ, ਕਿਸੇ ਨੂੰ ਖਤਮ ਕਰਕੇ ਲੰਘਣਾ ਹੈ। ਇਹ ਸੋਚ ਅਸੀਂ ਕਿਉਂ ਪਾਲ ਰਹੇ ਹਾਂ? ਫਿਰ ਕਾਕਾ ਜੀ ਪਿਓ ਨੇ ਪੈਸੇ ਬਹੁਤ ਕਮਾ ਦਿੱਤੇ ਨੇ, ਤੁਸੀਂ ਐਸ਼ ਕਰੋ, ਗੁੰਡੇ ਪਾਲੋ, ਅਯਾਸ਼ੀ ਕਰੋ, ਫਿਰ ਜੀ। ਫਖਰ ਨਾਲ ਕਹਿਣਾ ਵੇਖਿਆ ਮੇਰੇ ਪੁੱਤਰ ਨੇ ਕੋਈ ਕੰਮ ਨਹੀਂ ਕੀਤਾ, ਫਿਰ ਵੀ ਆ ਵੱਡੀ ਗੱਡੀ ਉਹਦੇ ਕੋਲ ਏ, ਇੰਨੇ ਪੈਸੇ ਨੇ, ਇਸ ਤਰ੍ਹਾਂ ਜੇ। ਯਾਨੀ ਇਹ ਅਸੀਂ ਉਹਨਾਂ ਨੂੰ ਇੱਕ ਵੱਖ ਰਾਹ ਦਿਖਾ ਰਹੇ ਹਾਂ, ਜਿਹਦੇ ਵਿੱਚ ਅਸੀਂ ਕਹਿੰਦੇ ਹਾਂ ਕਿ ਕੰਮ ਨਾ ਕਰਕੇ ਵਿਹਲੜ ਪੁਣੇ ਦੇ ਨਾਲ ਤੁਸੀਂ ਜਦੋਂ ਇਸ ਤਰੀਕੇ ਦੀ ਜ਼ਿੰਦਗੀ ਜੀ ਸਕਦੇ ਹੋ, ਉਹ ਬਹੁਤ ਵਧੀਆ ਜੇ। ਤੇ ਦੂਜੇ ਪਾਸੇ ਕਿਰਤ ਕਰਨ ਵਾਲਿਆਂ ਨੂੰ, ਸਾਡਾ ਕੋਈ ਰਿਕਸ਼ਾ ਚਲਾਉਂਦਾ ਬਜ਼ੁਰਗ, ਕੋਈ ਸਾਡਾ ਵੀਰ, ਕੋਈ ਸਾਡਾ ਬੱਚਾ, ਕਿਸ ਤਰੀਕੇ ਦੁਰਕਾਰਦੇ ਆ, ਕਿਵੇਂ ਕਿਸ ਨਜ਼ਰ ਨਾਲ ਦੇਖਦੇ ਆ ਕਿ ਸਾਡਾ ਅੱਜ ਕੋਈ ਸਫਾਈ ਸੇਵਕ ਜੀ ਸਾਡੇ ਵਾਂਗ ਹੀ ਇਨਸਾਨ ਹੈ, ਦੋ ਲੱਤਾਂ ਨੇ, ਦੋ ਬਾਹਾਂ ਨੇ, ਸਿਰਫ ਇੱਕ ਜੰਮ ਕਿਸੇ ਥਾਂ ਤੇ ਜਾਣਾ। ਕਿਸ ਤਰੀਕੇ ਨੂੰ ਅਸੀਂ ਉਹਨਾਂ ਨੂੰ ਨੀਵਾਂ ਵਿਖਾ ਕੇ, ਉਹਨਾਂ ਨੂੰ ਨਿਰਾਦਰ ਨਾਲ ਜਿਵੇਂ ਉਹਨਾਂ ਦੀ ਅੱਗੇ ਜ਼ਿੰਦਗੀ ਤੋਰਦੇ ਆ। ਉਹੀ ਕਾਰਨ ਹੈ ਅਸੀਂ ਦੇਖਦੇ ਹਾਂ ਵੀ ਕਿਸੇ ਜੱਜ ਦੀ ਪਤਨੀ ਦਾ ਕਤਲ ਉਹਨਾਂ ਦੇ ਨੌਕਰ ਨੇ ਕਰ ਦਿੱਤਾ, ਡਰਾਈਵਰ ਨੇ ਕਰ ਦਿੱਤਾ। ਯਾਨੀ ਉਹ ਪਾੜਾ ਤਾਂ ਅਸੀਂ ਬਣਾਉਂਦੇ ਹੀ ਆ, ਪਰ ਉਹਨਾਂ ਅੰਡਰ ਪ੍ਰਿਵਿਲੇਜਡ ਲੋਕਾਂ ਨੂੰ ਅੱਗੋਂ ਸਪਰੈਸ ਵੀ ਕਰਦੇ ਆ, ਉਹਨਾਂ ਨੂੰ ਦਿਖਾਉਂਦੇ ਆ ਅਸੀਂ ਉਤਾਂਹ ਆ ਤੁਹਾਡੇ ਤੋਂ। ਉਹੀ ਪਾੜ ਜੋ ਸਦੀਆਂ ਪਹਿਲਾਂ ਤੋਂ ਤੁਰਦਾ ਆ ਰਿਹਾ ਸੀ, ਅੱਜ ਅਸੀਂ ਕਦੇ ਜਾਤ ਪਾਤ ਦੇ ਆਧਾਰ ਤੇ, ਕਦੇ ਅਮੀਰੀ ਗਰੀਬੀ ਦੇ ਆਧਾਰ ਤੇ ਉਹਨਾਂ ਨੂੰ ਇਨਸਾਨ ਨਹੀਂ ਗਿਣਦੇ, ਨਪੀੜ ਦਿੰਦੇ ਆ। ਇਹੀ ਕਾਰਨ ਹੈ ਡਿਸਕ੍ਰਿਮੀਨੇਸ਼ਨ ਹੈ ਜਿਹੜੀ ਅਮਰੀਕਾ ਤੱਕ ਵਿੱਚ ਤੁਸੀਂ ਦੇਖਦੇ ਹੋ ਬਲੈਕਸ ਨੇ ਉਹ ਦੁਸ਼ਮਣੀ ਕੱਢਦੇ ਨੇ ਕਿ ਸਾਨੂੰ ਤੁਸੀਂ ਦਬਾਇਆ, ਸਾਨੂੰ ਤੁਸੀਂ ਚੋਰ ਕਹਿੰਦੇ ਹੋ, ਸਾਨੂੰ ਨਕਾਰਾ ਕਹਿੰਦੇ ਹੋ, ਸਾਨੂੰ ਮਾੜਾ ਗਿਣਦੇ ਹੋ, ਨਾਲ ਨਹੀਂ ਬਿਠਾਉਂਦੇ ਤਾਂ ਫਿਰ ਆ ਲਓ ਅਸੀਂ ਗੋਲੀ ਚੱਕੀ, ਹਥਿਆਰ ਚੱਕਿਆ, ਤੁਹਾਨੂੰ ਮੁਕਾ ਦਿੱਤਾ। ਸੋ ਇਹ ਜਿਹੜੀ ਵੱਖਰੀ ਅਸੀਂ ਅੱਜ ਪਿਰਤ ਪਾ ਰਹੇ ਹਾਂ, ਇਹ ਸਾਡੇ ਸੁਖਾਲੇਪਨ ਲਈ ਨਹੀਂ ਜੇ, ਇਹ ਬਹੁਤ ਭਿਆਨਕ ਅੱਗੋਂ ਆਉਣ ਵਾਲੇ ਸਮੇਂ ਦਾ ਦੱਸਦੇ ਜੇ ਕਿ ਕਿਤੇ ਗੱਡੀਆਂ ਸਾੜ ਦਿੱਤੀਆਂ ਜਾਣਗੀਆਂ ਧਰਮ ਦੇ ਆਧਾਰ ਤੇ, ਕਿਤੇ ਵੱਢ ਦਿੱਤੇ ਜਾਣਗੇ, ਟੁੱਕ ਦਿੱਤੇ ਜਾਣਗੇ, ਉੱਥੇ ਹੀ ਉਹਨਾਂ ਦੀਆਂ ਔਰਤਾਂ, ਉਹਨਾਂ ਦੀਆਂ ਬੇਟੀਆਂ ਦੀ ਨੂੰ ਬੇਪੱਤ ਕੀਤਾ ਜਾਏਗਾ। ਇਸ ਤਰੀਕੇ ਦੀ ਉਹ ਬਦਲਾ ਲਓ ਨੀਤੀ ਨਾਲ ਇਹਨਾਂ ਹੀ ਮਾਵਾਂ ਦੇ ਵਿੱਚੋਂ ਜਿਨ੍ਹਾਂ ਦੀ ਬੇਪਤੀ ਹੋਈ ਹੋਵੇ, ਕੋਈ ਪੁੱਤਰ ਖੜਾ ਹੁੰਦਾ ਤੇ ਉਹ 20 ਸਾਲ ਦਾ ਬਦਲਾ ਲੈਣ ਲਈ ਮਨ ਵਿੱਚ ਤਾੜੀ ਰੱਖਦਾ, ਕਦੋਂ ਮੌਕਾ ਮਿਲੇਗਾ ਤੇ ਮੈਂ ਇਹ ਬਦਲਾ ਲੈਣਾ। ਸੋ ਇਸ ਤਰੀਕੇ ਅਸੀਂ ਵੱਖੋ ਵੱਖਰੀਆਂ ਜੋ ਰਾਹ ਚੁਣਦੇ ਨੇ ਬੱਚੇ, ਅਸੀਂ ਹੀ ਤਿਆਰ ਕੀਤੇ ਜਾਂਦੇ ਨੇ। ਅੱਜ ਦੇ ਦਿਨ ਵੀਰ ਜਵਾਬ ਦਿਓ ਮੈਨੂੰ, ਜੇ ਕੋਈ ਸੁਣ ਰਿਹਾ, ਮੇਰਾ ਵੀਰ ਭੈਣ, ਮੇਰੀ ਮਾਂ, ਕੋਈ ਮੇਰਾ ਪਿਤਾ ਵਰਗੀ ਉਮਰ ਦੇ ਜਾਂ ਮੇਰੇ ਬੱਚੇ ਕੋਈ ਜੇ ਸੁਣ ਰਹੇ ਨੇ, ਮੈਂ ਪੁੱਛਣਾ ਚਾਹਾਂਗੀ ਕਿ ਜੰਮੂ ਦੇ ਵਿੱਚ, ਕਸ਼ਮੀਰ ਦੇ ਵਿੱਚ ਸਾਡੇ ਕੋਲ ਖਬਰਾਂ ਛਪੀਆਂ ਜਿਨ੍ਹਾਂ ਨੂੰ ਬਾਅਦ ਚ ਦੱਬ ਵੀ ਲਿਆ ਗਿਆ ਕਿ ਬਦਫੈਲੀ ਕੀਤੀ ਗਈ ਸਾਡੇ ਨੌਜਵਾਨ ਨਿੱਕੇ ਨਿੱਕੇ ਬੱਚਿਆਂ ਨਾਲ ਵੀ, 9 ਸਾਲਾਂ ਦਾ, 10 ਸਾਲਾਂ ਦਾ, 12 ਸਾਲਾਂ ਦਾ, ਜਿਸ ਤਰੀਕੇ ਜੇਲਾਂ ਚ ਤੁੰਨ ਕੇ ਉਹਨਾਂ ਦਾ ਸਰੀਰਕ ਸ਼ੋਸ਼ਣ ਕੀਤਾ, ਜਿਸ ਤਰੀਕੇ ਉਹਨਾਂ ਦੀ ਬੇਇੱਜ਼ਤੀ ਕੀਤੀ, ਤਿਰਸਕਾਰ ਕੀਤਾ। ਵੀਰ ਇੰਨਾ ਕੁ ਤਾਂ ਜੇ ਕੀੜੀ ਨੂੰ ਵੀ ਦੱਬਣ ਲੱਗੋ ਨਾ, ਉਹ ਵੀ ਦੰਦ ਮਾਰਦੀ ਹੈ ਵਾਪਸ। ਤਾਂ ਇਹਨਾਂ ਨੂੰ ਅਸੀਂ ਕਿਸ ਤਰੀਕੇ ਦੀ ਸੋਚ ਨਾਲ ਤਿਆਰ ਕਰ ਰਹੇ ਹਾਂ, ਕਿੰਨੇ ਕੁ ਮਨਾਂ ਵਿੱਚ ਜ਼ਖਮ ਲਏ ਇਹ ਖੜੇ ਹੋਣਗੇ। ਇਹਨਾਂ ਨੂੰ ਕੋਈ ਤਰਸ ਹੋਏਗਾ ਉਹਨਾਂ ਲੋਕਾਂ ਲਈ ਜਿਨ੍ਹਾਂ ਨੇ ਇਹੋ ਜਿਹਾ ਕਾਰਾ ਕੀਤਾ? ਉਹ ਕਿਉਂ ਨਾ ਵਾਪਸ ਬਦਲਾ ਲੈਣ ਲਈ ਤਿਆਰ ਹੋਣਗੇ? ਕਿ ਅਸੀਂ ਉਹਨਾਂ ਨੂੰ ਕੋਈ ਨਾਰਮਲ ਰਾਹ ਦਿਖਾਇਆ ਕਿ ਭਈ ਸਦਭਾਵਨਾ ਕੀ ਹੁੰਦੀ ਹੈ, ਭਈ ਇੱਕ ਦੂਜੇ ਦਾ ਭਲਾ ਲੋਚਣ ਦੀ ਕੀ ਗੱਲ ਹੁੰਦੀ ਹੈ, ਭਈ ਇਹ ਜੇ ਅਸੀਂ ਬਦਲੇ ਨਾਲ ਜਾਂ ਨਫ਼ਰਤ ਨਾਲ ਤੁਰਾਂਗੇ ਤਾਂ ਨਫ਼ਰਤ ਸਭ ਤੋਂ ਪਹਿਲਾਂ ਸਾਡਾ ਹੀ ਸਰੀਰ ਗਾਲਦੀ ਹੈ। ਪਰ ਉਹਨਾਂ ਨੂੰ ਇਸ ਨਫ਼ਰਤ ਦੇ ਦਰਿਆ ਵਿੱਚ ਡੋਬਣ ਵਾਲੇ ਕੌਣ ਨੇ? ਕੌਣ ਨੇ ਜੋ ਇਸ ਤਰ੍ਹਾਂ ਦਾ ਜ਼ੁਲਮ ਅਤਿਆਚਾਰ ਕਰਦੇ ਨੇ? ਉਹ ਆਪਣੇ ਆਪ ਨੂੰ ਕਿਉਂ ਰੱਬ ਸਮਝ ਲੈਂਦੇ ਨੇ ਕਿ ਮੈਂ ਕਦੇ ਹੀ ਖਤਮ ਨਹੀਂ ਹੋਣਾ, ਮੈਂ ਹਮੇਸ਼ਾ ਲਈ ਜਾਨੀ ਮੈਂ ਅਮਰ ਹੀ ਹੋ ਗਿਆ, ਮੈਂ ਰੱਬ ਹੀ ਆ, ਮੈਂ ਖੁਦਾ ਹੀ ਆ। ਉਹਨਾਂ ਨੂੰ ਨਹੀਂ ਕਿਉਂ ਨਹੀਂ ਸਮਝ ਆਉਂਦੀ ਕਿ ਪਿੱਛੇ ਵੀ ਦੇਖਣ ਤਾਂ ਜਿਹੜੇ ਗਨ ਕਲਚਰ ਨਾਲ ਜਿਉਂਦੇ ਨੇ ਉਹ ਗਨ ਦੇ ਵਿੱਚ ਹੀ ਤਬਾਹ ਹੁੰਦੇ ਨੇ। ਬਿਲਕੁਲ ਉਂਝ ਹੀ ਜਿਹੜੇ ਨਫ਼ਰਤ ਫੈਲਾਉਂਦੇ ਨੇ ਉਸੇ ਤਰ੍ਹਾਂ ਦੀ ਨਫ਼ਰਤ ਨਾ ਸਿਰਫ ਉਹਨਾਂ ਨੂੰ ਮਾਰਦੀ ਹੈ ਬਲਕਿ ਬਾਅਦ ਦੇ ਸਮੇਂ ਵਿੱਚ ਵੀ ਇਤਿਹਾਸ ਦੇ ਵਿੱਚ ਉਹ ਨਕਾਰੇ ਹੀ ਜਾਂਦੇ ਨੇ। ਦੇਖੋ ਇੱਕ ਹੋਰ ਅਹਿਮ ਚੀਜ਼ ਕਿ ਅਸੀਂ ਜਿਸ ਤਰੀਕੇ ਦਾ ਇਸ ਵੇਲੇ ਪੋਲੀਟੀਕਲ ਸਿਨੈਰੀਓ ਤਿਆਰ ਕੀਤਾ ਹੈ, ਬਿਲਕੁਲ ਜੀ, ਮੈਂ ਪੋਲੀਟੀਸ਼ੀਅਨ ਨਹੀਂ ਹਾਂ, ਪਰ ਮੇਰੇ ਵਰਗਾ ਕੋਈ ਵੀ ਆਮ ਸਧਾਰਨ ਬੰਦਾ ਕੀ ਦੇਖੇ ਇਹਦੇ ਵਿੱਚ ਕਿ ਇੱਕ ਪੋਲੀਟੀਸ਼ੀਅਨ ਦੂਸਰੇ ਪੋਲੀਟੀਸ਼ੀਅਨ ਦੀ ਕਿਸ ਤਰੀਕੇ ਦੀ
ਭੱਦੀ ਸ਼ਬਦਾਵਲੀ ਨਾਲ ਉਹਨੂੰ ਨਿੰਦਦਾ ਹੈ, ਕਿਵੇਂ ਕੋਈ ਉਹਦੇ ਮਿਆਰ ਹੀ ਨਹੀਂ ਰਹਿ ਗਿਆ ਅੱਜ ਕੱਲ ਤਾਂ ਜੀ। ਉਹਨਾਂ ਨੂੰ ਕਿਵੇਂ ਸਮਾਜ ਦੇ ਵਿੱਚ ਨੰਗਾ ਕਰਦਾ ਹੈ, ਕਿਹੜੀਆਂ ਬੇਹੂਦਗੀ ਦੀਆਂ ਗੱਲਾਂ ਜਗ ਜ਼ਾਹਰ ਕਰਦਾ ਹੈ ਕਿ ਨਾ ਸਿਰਫ ਉਹਨਾਂ ਨੇ ਬਲਾਤਕਾਰ ਕੀਤੇ ਨੇ, ਨਾ ਸਿਰਫ ਸ਼ੋਸ਼ਣ ਕੀਤੇ ਨੇ, ਬਲਕਿ ਉਹਨਾਂ ਨੇ ਲੋਕਾਂ ਦੀਆਂ ਜਾਇਦਾਦਾਂ ਲੁੱਟੀਆਂ ਨੇ, ਜ਼ਮੀਨਾਂ ਲੁੱਟੀਆਂ ਨੇ, ਇਹਨਾਂ ਨੇ ਪੰਜਾਬ ਦੀਆਂ ਜੋ ਖਾਨਾਂ ਲੁੱਟ ਲੀਆਂ, ਇਹਨਾਂ ਨੇ ਹਰ ਪਾਸਿਓਂ ਯਾਨੀ ਪੰਜਾਬ ਨੂੰ ਖੋਰਾ ਲਾਇਆ। ਇਹ ਇੱਕ ਦੂਜੇ ਦੇ ਬਾਰੇ ਹੀ ਖੁੱਲੇਆਮ ਸਾਨੂੰ ਦੱਸ ਰਹੇ ਨੇ, ਸਬੂਤ ਨੇ। ਜਿੱਥੇ ਇੱਕ ਸਟੇਟ ਦਾ ਚੀਫ ਮਿਨਿਸਟਰ ਕਹੇ ਕਿ ਮੇਰੇ ਕੋਲ ਆਪਣੇ 117 ਦੇ 117 ਬੰਦਿਆਂ ਦੇ ਵਿਰੁੱਧ ਨਾਜਾਇਜ਼ ਕੰਮਾਂ ਦੇ ਮੇਰੇ ਕੋਲ ਸਭ ਕੁਝ ਫਾਈਲਾਂ ਤਿਆਰ ਨੇ, ਤਾਂ ਵੀਰ ਫਿਰ ਸਾਡੇ ਕੋਲ ਰਹਿ ਕੀ ਗਿਆ ਕਹਿਣ ਨੂੰ? ਇਹਦਾ ਮਤਲਬ ਹੈ ਕਿ ਕੀ ਅਸੀਂ ਚੁਣ ਕੇ ਜੋ ਲੈ ਕੇ ਆਨੇ ਆ ਉਹ ਜੋਕਾਂ ਨੇ, ਜਾਂ ਜੋ ਚੁਣ ਕੇ ਸਾਹਮਣੇ ਲਿਆਉਂਦੇ ਆ ਉਹ ਡਿਵਾਈਡ ਐਂਡ ਰੂਲ ਦੀ ਪਾਲਿਸੀ ਦੇ ਉੱਤੇ ਅੱਜ ਵੀ ਇਹ ਕਾਲੇ ਅੰਗਰੇਜ਼ ਉਸੇ ਤਰ੍ਹਾਂ ਬੈਠੇ ਨੇ। ਇਹਨਾਂ ਦੀ ਫੋਕੀ ਟੌਰ ਦੇ ਵਾਸਤੇ ਸਾਡੇ ਆਮ ਲੋਕ ਜੋ ਮਸਲੇ ਜਾਂਦੇ ਨੇ ਉਹ ਦਰੜੇ ਜਾਂਦੇ ਨੇ, ਖਤਮ ਹੋ ਜਾਂਦੇ ਨੇ, ਤੇ ਇਹਨਾਂ ਦੀਆਂ ਜਾਇਦਾਦਾਂ 800% ਹਰ ਵਾਰ ਵੱਧ ਜਾਂਦੀਆਂ ਨੇ। ਹਾਲੇ ਹੁਣੇ ਸਰਕਾਰ ਬਣੀ ਦੇ ਵਿੱਚ ਵੀ ਪਹਿਲਾ ਹੀ ਮੰਤਰੀ, ਮੈਨੂੰ ਨਹੀਂ ਲੱਗਦਾ, ਮੇਰਾ ਖਿਆਲ ਹੈ ਜੇ ਆਪਾਂ ਸੋਚੀਏ ਕਿ ਕੋਈ ਸਜ਼ਾ ਦਾ ਕਿਸੇ ਤਰੀਕੇ ਵੀ ਅੱਗੋਂ ਗੱਲ ਨਿਕਲੇਗੀ, ਅੱਜ ਤੱਕ ਦੇ ਸਾਰੇ ਬਰੀ ਹੀ ਹੁੰਦੇ ਆਏ ਨੇ, ਅਨਲੈਸ ਕਿ ਕੋਈ ਬਹੁਤ ਵੱਡਾ ਇਹਨਾਂ ਦਾ ਆਪਸੀ ਪੋਲੀਟੀਕਲ ਕੋਈ ਲੜਾਈ, ਕੋਈ ਪੇਚਾ ਹੀ ਫਸ ਜਾਵੇ ਤਾਂ ਕਿਸੇ ਨੂੰ ਅੰਦਰ ਤਾੜ ਦੇਣ, ਜੋ ਗਿਣੇ ਚੁਣੇ ਅਸੀਂ ਦੇਖ ਰਹੇ ਹਾਂ। ਵਰਨਾ ਤਾਂ ਇਹ ਸਭਨਾਂ ਦੇ ਖਿਲਾਫ ਕੇਸ ਹੁੰਦੇ ਨੇ, ਨਿਕਲ ਆਉਂਦੇ ਨੇ, ਤੇ ਸਾਡੇ ਆਪਣੇ ਬਹੁਤ ਸਾਰੇ ਬੇਦੋਸ਼ੇ ਵੀ ਜਾਂ ਜਿਹੜੇ ਸਜ਼ਾਵਾਂ ਭੁਗਤ ਚੁੱਕੇ ਨੇ ਉਹ ਅੰਦਰ ਹੀ ਦੜੇ ਰਹਿੰਦੇ ਨੇ, ਕਿਉਂਕਿ ਉਹਨਾਂ ਕੋਲ ਕੋਈ ਪੋਲੀਟੀਕਲ ਬੇਸ ਨਹੀਂ ਸੀ। ਇੱਥੇ ਹਾਲ ਇਹ ਹੈ ਕਿ ਸਾਡੇ ਜਬਰੀ ਧੱਕ ਦਿੱਤੇ ਗਏ। ਜੇ ਸਾਡੇ ਕੋਈ ਸਿੰਗਰ ਨੇ ਜਾਂ ਸਾਡੇ ਕੋਈ ਇਸ ਵੇਲੇ ਦੇਖ ਲਈਏ ਜਿਨ੍ਹਾਂ ਨੇ ਰੱਤੀ ਮਾਸਾ ਵੀ ਕੋਈ ਅਚੀਵਮੈਂਟ ਕੀਤੀ ਹੈ, ਜਿਨ੍ਹਾਂ ਦੇ ਵਿੱਚ ਕੋਈ ਇੰਟੈਲੈਕਚੁਅਲਸ ਨੇ, ਸਾਡੇ ਗੀਤਕਾਰ ਨੇ, ਆਰਟਿਸਟ ਨੇ, ਬਿਜ਼ਨਸਮੈਨ ਨੇ, ਉਹਨਾਂ ਨੂੰ ਝੱਟ ਫਿਰੌਤੀ ਲਈ ਫੋਨ ਪਹੁੰਚ ਜਾਂਦੇ ਨੇ, ਮਾਰ ਦਿਆਂਗੇ, ਖਤਮ ਕਰ ਦਿਆਂਗੇ। ਉਹ ਵਾਰੋ ਵਾਰੀ ਸਾਰੇ ਪੰਜਾਬ ਛੱਡ ਕੇ ਬਾਹਰ ਜਾ ਰਹੇ ਨੇ। ਅਸੀਂ ਪੰਜਾਬ ਵਿੱਚ ਛੱਡਿਆ ਕੀ ਹੈ? ਬਜ਼ੁਰਗ ਮਾਪੇ ਜਿਨ੍ਹਾਂ ਦੇ ਹਰ ਰੋਜ਼ ਕਿਸੇ ਨਾ ਕਿਸੇ ਕੋਨੇ ਚੋਂ ਸੁਣਦੇ ਆ ਕਿ ਉਹਨਾਂ ਦਾ ਕਤਲ ਕਰ ਦਿੱਤਾ ਗਿਆ, ਜਾਇਦਾਦ ਵਾਸਤੇ ਮਾਰ ਮੁਕਾਇਆ ਗਿਆ, ਤੇ ਫਿਰ ਲੁਧਿਆਣੇ 'ਚ ਵੀ ਇਨਸੀਡੈਂਟ ਹੋਇਆ ਹੀ ਏਦਾਂ ਦਾ। ਜੀ ਬਿਲਕੁਲ। ਹੁਣ ਇਹ ਸਾਰੇ ਜੋ ਵਰਤਾਰਾ ਅਸੀਂ ਚੁਫੇਰੇ ਦੇਖ ਰਹੇ ਹਾਂ, ਚੇਨ ਸਨੈਚਿੰਗ ਤੋਂ ਲੈ ਕੇ ਬਲਾਤਕਾਰ ਤੱਕ, ਤੇ ਜਿਸ ਤਰੀਕੇ ਓਪਨ ਅਸੀਂ ਜਦੋਂ ਦੇਖੀਏ ਫੇਸਬੁੱਕ ਦੇ ਉੱਤੇ ਧਮਕੀਆਂ ਮਿਲਣੀਆਂ, ਕਿਸੇ ਨੂੰ ਵੀ ਕਹਿ ਦੇਣਾ ਤੈਨੂੰ ਅਸੀਂ ਚੱਕ ਦਿਆਂਗੇ, ਤੈਨੂੰ ਅਸੀਂ ਮਾਰ ਦਿਆਂਗੇ, ਤੇਰੀ ਧੀ ਨੂੰ ਚੁੱਕ ਲਿਜਾਵਾਂਗੇ, ਤੇਰੇ ਬੱਚੇ ਕਤਲ ਕਰ ਦਿਆਂਗੇ। ਅਸੀਂ ਕਿਹੋ ਜਿਹੀ ਮਾਨਸਿਕਤਾ ਵਾਲੇ ਲੋਕ ਬਣ ਗਏ ਆ। ਯਾਨੀ ਇਹ ਸਾਰੇ ਦੇ ਵਿੱਚ ਅੱਜ ਸ਼ਾਇਦ ਸਾਨੂੰ ਸਮਝ ਨਹੀਂ ਆ ਰਹੀ ਕਿ ਇੱਕ ਸਿੱਧੂ ਮੂਸੇਵਾਲੇ ਦਾ ਹੀ ਸਿਰਫ ਕਤਲ ਨਹੀਂ ਹੋਇਆ, ਇੱਕ ਪੰਜਾਬ ਦਾ ਉੱਭਰਦੀ ਜਵਾਨੀ ਦਾ ਜਿਹੜਾ ਉਹਨੂੰ ਕਤਲ ਕਰਨ ਲੱਗਿਆ, ਕਿ ਬਾਕੀ ਸਾਰੇ ਸਮਝਦੇ ਨੇ ਕਿ ਅਸੀਂ ਮੂੰਹ ਦੇ ਉੱਤੇ ਟੇਪ ਲਾ ਲਈਏ, ਚੁੱਪੀ ਧਾਰ ਲਈਏ ਤਾਂ ਅਸੀਂ ਸਾਰੇ ਬਚ ਜਾਵਾਂਗੇ, ਕਿ ਅਸੀਂ ਆਪਣੇ ਜ਼ਿੰਦਾ ਹੋਣ ਦਾ ਸਬੂਤ ਹੀ ਨਹੀਂ ਦੇ ਰਹੇ। ਸਾਡਾ ਤਾਂ ਵਿਰੋਧ ਹੋਣਾ ਚਾਹੀਦਾ ਸੀ ਗੈਂਗਸਟਰ ਕਲਚਰ ਦੇ ਵਿਰੁੱਧ, ਕਿ ਭਾਈ ਆਮ ਬੰਦਾ ਤਾਂ ਮਰ ਜਾਂਦਾ, ਦਰੜਿਆ ਜਾਂਦਾ, ਜੇਲ੍ਹ 'ਚ ਵੀ ਫੜਿਆ ਜਾਂਦਾ, ਝੂਠੇ ਕੇਸ ਵੀ ਪੈ ਜਾਂਦੇ ਨੇ, ਉਮਰ ਉੱਥੇ ਹੀ ਲੰਘਾ ਜਾਂਦਾ, ਮਰ ਖੱਪ ਜਾਂਦਾ, ਕੋਈ ਸੁਣਵਾਈ ਨਹੀਂ। ਤੇ ਦੂਜੇ ਪਾਸੇ ਇਹ ਪੋਲੀਟੀਕਲ ਜੋ ਚੀਜ਼ਾਂ, ਮਰਡਰਸ ਜਾਂ ਸਭ ਕੁਝ ਕੀਂਦੇ ਨੇ, ਉਹਨਾਂ ਨੂੰ ਐਕਸੀਡੈਂਟ ਕਰਾਰ ਦੇ ਦਿਓ ਜਾਂ ਕੁਝ ਵੀ ਕਹਿ ਦਿਓ, ਇਹ ਬੰਦੇ ਲੱਭੇ ਹੀ ਨਹੀਂ, ਇਹ ਗੁੰਮ ਗਏ, ਇਹ ਅਗਲੇ ਲਈ ਫਿਰ ਤਿਆਰ ਨੇ। ਆਖਰ ਸ਼ੈ ਤਾਂ ਵੀਰਾ ਕਿਸੇ ਉੱਪਰ ਦੀ ਹੁੰਦੀ ਹੋਈ ਜਿਹਦੇ ਥੱਲੇ ਪਨਪਦਾ ਏ, ਯਾਨੀ ਇੱਕ ਪੋਲੀਟੀਕਲ ਸ਼ੈ ਤਾਂ ਹੋਏਗੀ, ਇੱਕ ਪਾਵਰ ਬੈਂਕ ਤਾਂ ਇਹਨਾਂ ਕੋਲ ਹੁੰਦਾ ਜਿਨ੍ਹਾਂ ਸਦਕਾ ਕੰਮ ਚੱਲਦਾ ਹੈ। ਪਰ ਉਹ ਪਾਵਰ ਬੈਂਕ ਜੋ ਵੀ ਇੱਥੇ ਕਰਦਾ ਪਿਆ ਇਹ ਸਾਰਾ ਕੁਝ ਵਰਤਾਰਾ, ਉਹਨੂੰ ਕਿਉਂ ਨਹੀਂ ਸਮਝ ਆ ਰਹੀ ਕਿ ਇਹ ਅਲਟੀਮੇਟ, ਇਹ ਸਾਰਾ ਉਹਨਾਂ ਦਾ ਆਪਣਾ ਵੀ ਟੱਬਰ ਇਸੇ 'ਚ ਫਨਾ ਹੋਣਾ, ਮਰ ਤਾਂ ਸਭ ਨਹੀਂ ਜਾਣਾ। ਪਰ ਇਸ ਇੰਟੈਲੀਜੈਂਸ ਫੇਲੀਅਰ ਦੀ ਕੀ ਗੱਲ ਕਰੀਏ ਕਿ ਸਾਡੇ ਬਾਹਰੋਂ ਹਥਿਆਰ ਆਉਣ ਬਾਰੇ ਵੀ ਖਬਰਾਂ ਛਪ ਗਈਆਂ, ਨਸ਼ਾ ਆਉਣ ਬਾਰੇ ਵੀ ਖਬਰਾਂ ਛਪਦੀਆਂ ਨੇ, ਹਰ ਚੀਜ਼ ਸਾਡੇ ਮੀਡੀਆ ਵਾਲਿਆਂ ਨੂੰ ਪਤਾ ਲੱਗ ਜਾਂਦੀ ਹੈ। ਆਮ ਬੰਦੇ ਉਹਦੀਆਂ ਵੀਡੀਓਗ੍ਰਾਫੀਆਂ ਕਰਕੇ ਵੀ ਦੇ ਦਿੰਦੇ ਨੇ, ਤੇ ਸਾਡੀ ਪੁਲਿਸ ਕੀ ਇੱਥੇ
ਹੁਣ ਕੀ ਬਿਲਕੁਲ ਆਖਾਂ ਮੈਂ ਬਈ ਤਾੜੀਆਂ ਵਜਾਉਣ ਨੂੰ ਧਰੀਏ ਕਿ ਤੁਹਾਨੂੰ ਨਹੀਂ ਦਿਸਦਾ, ਤੁਹਾਨੂੰ ਸਬੂਤ ਵੀ ਮਿਲ ਜਾਂਦੇ ਨੇ ਤੇ ਤੁਸੀਂ ਕਿਉਂ ਨਹੀਂ ਉਹ ਫੜਦੇ, ਕਿਉਂ ਜੁੱਤੀ ਚੱਟ ਬਣ ਰਹੇ ਹੋ? ਸਾਡੇ ਹੀ ਬੱਚੇ ਨੇ ਜੋ ਪੁਲਿਸ 'ਚ ਗਏ ਨੇ, ਉਹਨਾਂ ਦਾ ਵੀ ਵਿੱਚ ਬਹੁਤਿਆਂ ਦੇ ਕਿਸੇ ਦਾ ਪਿਤਾ ਕਿਸਾਨ ਹੋਏਗਾ, ਕਿਸੇ ਦਾ ਪਿਤਾ ਸਰਕਾਰੀ ਨੌਕਰੀ 'ਚ ਹੈ, ਕੋਈ ਆਪਣੇ ਬਿਜ਼ਨਸ 'ਚ ਲੱਗਿਆ ਜਾਂ ਕਿਰਤ ਦਾ ਕੰਮ ਕਰਦਾ, ਉਹਨਾਂ ਦੇ ਹੀ ਪੁੱਤਰ ਧੀਆਂ ਨੇ। ਉਹ ਕਿਉਂ ਜੀ ਉੱਥੇ ਜਾ ਕੇ ਪੋਲੀਟੀਕਲ ਇਸ ਅਰੇਨਾ ਦੇ ਵਿੱਚ ਗੜਬੜ ਕਰਦੇ ਨੇ? ਕਿਉਂ ਉਹਨਾਂ ਦੀ ਜੁੱਤੀ ਚੱਟ ਬਣ ਜਾਂਦੇ ਨੇ? ਕਿਉਂ ਆਪਣੀ ਆਵਾਜ਼ ਦੱਬਦੇ ਨੇ? ਇਹ ਸਭ ਕੁਝ ਨਸ਼ੇ ਵੀ ਪਤਾ ਜੇ ਕੌਣ ਕੱਢ ਰਿਹਾ, ਪਰ ਉਹ ਹਿੰਮਤ ਹੀ ਨਹੀਂ ਵਿਖਾਉਂਦੇ ਫੜਨ ਦੀ। ਬਿਲਕੁਲ ਇਸੇ ਹੀ ਤਰ੍ਹਾਂ ਹਥਿਆਰ ਆ ਰਹੇ ਨੇ, ਸਬੂਤ ਮਿਲ ਰਹੇ ਨੇ, ਪਰ ਕੋਈ ਫੜੋ ਫੜਾਈ ਨਹੀਂ। ਪਤਾ ਜੇ ਕਿੱਥੇ ਗੈਂਗਸਟਰ ਨੇ। ਅੱਜ ਜੇ ਸਾਡੇ ਪ੍ਰਨੀਤ ਕੌਰ ਜੀ ਦਾ ਚੁੱਕਿਆ ਹੋਇਆ ਜੋ ਜੀ ਪੈਸਾ ਇੱਕ ਵਾਰ ਹੋਇਆ ਸੀ ਫੋਨ ਕਾਲ ਦੇ ਉੱਤੇ, ਜੇ 24 ਘੰਟਿਆਂ 'ਚ ਵਾਪਸ ਬਿਲਕੁਲ ਫੜਿਆ ਜੀ ਜਾ ਹਾਂਜੀ ਸਕਦਾ, ਤਾਂ ਸਾਡੇ ਉਹ ਬਜ਼ੁਰਗ ਜਿਹੜੇ ਰੋਂਦੇ ਚੀਕਦੇ ਕੁਰਲਾਉਂਦੇ ਤੁਰ ਗਏ ਕਿ ਸਾਡੇ ਬੈਂਕਾਂ ਦੇ ਵਿੱਚੋਂ ਪੈਸੇ ਗਾਇਬ ਹੋ ਗਏ, ਅਖੀਰੀ ਸਾਹਾਂ ਤੇ ਆ, ਪੈਨਸ਼ਨਾਂ ਵੀ ਨਹੀਂ ਮਿਲੀਆਂ, ਅਸੀਂ ਚੱਲੇ ਆ, ਉਹਨਾਂ ਦੀ ਸੁਣਵਾਈ ਕਿਉਂ ਨਹੀਂ ਹੁੰਦੀ? ਜੀ ਯਾਨੀ ਪੰਜਾਬ ਵਿੱਚ ਸਿਰਫ ਤਾਂ ਹੀ ਸੁਣਵਾਈ ਹੋਏਗੀ ਕਿ ਜੇ ਅਸੀਂ ਪੋਲੀਟੀਕਲੀ ਸਟਰੋਂਗ ਆ, ਜਾਂ ਜੋ ਕੋਈ ਹੱਕ ਦੀ ਆਵਾਜ਼ ਚੁੱਕੇਗਾ ਉਹਨੂੰ ਇਸੇ ਤਰ੍ਹਾਂ ਹੀ ਮਾਰ ਮੁਕਾਇਆ ਜਾਏਗਾ। ਤਾਂ ਫਿਰ ਵੀਰ ਅਖੀਰ ਵਿੱਚ ਕ੍ਰਾਂਤੀ ਕਹਿੰਦੇ ਕਿਹਨੂੰ ਨੇ? ਦੇਖੋ ਫ੍ਰੈਂਚ ਰੈਵੋਲਿਊਸ਼ਨ ਹੋਈ ਸੀ, ਉਹਦੇ ਵਿੱਚ ਕੀ ਸੀ? ਜਦੋਂ ਅੱਤ ਹੋ ਗਈ ਸੀ ਨਾ, ਅੱਤ, ਤਾਂ ਜੀ ਉਹ ਲੋਕ ਜਿਹੜੇ ਭੁੱਖੇ ਭਾਣੇ ਸਨ, ਸੜਕਾਂ ਤੇ ਸਨ, ਮਰਨ ਕਿਨਾਰੇ ਸਨ, ਉਹ ਉੱਠੇ ਸਨ। ਉਹਨਾਂ ਨੇ ਫਿਰ ਗਲੀਆਂ ਨਾਲੀਆਂ ਲਾਲ ਕਰ ਦਿੱਤੀਆਂ ਸੀ, ਇਹੋ ਸਾਰਿਆਂ ਦੇ ਗਲੇ ਵੱਢ ਦਿੱਤੇ ਸਨ, ਸਿਰ ਲਾ ਅੱਛਾ ਦਿੱਤੇ ਜੀ ਸਨ। ਜੀ ਬਿਲਕੁਲ ਉਹੀ ਹਾਲ ਹੌਲੀ ਹੌਲੀ ਅਸੀਂ ਲਿਆ ਰਹੇ ਹਾਂ ਅੱਤ ਵਾਲੇ ਪਾਸੇ, ਜਿੱਥੇ ਇੱਕ ਜੀ ਆਮ ਤੁਰਦਾ ਬੰਦਾ ਕੁਰਲਾਇਆ ਪਿਆ ਹੈ ਕਿ ਅਸੀਂ ਟੈਕਸਾਂ ਥੱਲੇ ਦੱਬੇ ਗਏ ਆ। ਪਰ ਸਾਡੇ ਜਿਹੜੇ ਸਿਆਸਤਦਾਨ ਲੱਥੇ ਹੋਣੇ, ਉਹਨਾਂ ਦੇ ਵਿੱਚ ਭਾਈ ਤੁਸੀਂ 300 ਕਰੋੜ ਰੁਪਇਆ ਘਰਾਂ ਦੇ ਵਿੱਚੋਂ ਪਏ ਲੱਭਦੇ ਹੋ, ਤੇ ਸਾਡੇ ਇੱਕ ਇੱਕ ਵੇਲੇ ਦੀ ਭੁੱਖਮਰੀ ਦੇ ਸ਼ਿਕਾਰ, ਭੁੱਖ ਬੰਨਾ ਨਹੀਂ, ਨੱਪ ਢਿੱਡ ਕੇ ਸੌਂਦੇ ਨੇ, ਇੱਕ ਵੇਲੇ ਦਾ ਖਾਣੇ ਦੇ ਨਾਲ ਹੀ ਇੱਕ ਵੇਲੇ ਦਾ ਮਿਲਦਾ ਹੀ ਨਹੀਂ, ਜੁਗਾੜ ਜੀ ਨਹੀਂ। ਉਹ ਵਿਚਾਰਾ ਆਮ ਦੰਦਾ ਸੜਕਾਂ ਦੇ ਕਿਨਾਰੇ ਪਿਆ ਮਰਨ ਨੂੰ, ਤੇ ਦੂਜੇ ਪਾਸੇ ਇਸ ਹਿਸਾਬ ਦੀ ਜਾਇਦਾਦ। ਇਹ ਕਿਉਂ ਨਹੀਂ ਅਸੀਂ ਬਰਾਬਰੀ ਲਿਆ ਰਹੇ? ਇਹ ਵਰਤਾਰਾ ਸਿਖਰ ਤੇ ਜਾਂਦਾ ਪਿਆ ਜੇ। ਜਦੋਂ ਇਸੇ ਤਰ੍ਹਾਂ ਦਾ ਪਾੜ ਵੱਡਾ ਹੁੰਦਾ ਰਿਹਾ ਤਾਂ ਫਿਰ ਇਹ ਜੁਰਮ ਸਗੋਂ ਹੋਰ ਵਧੇਗਾ, ਇਹ ਘਟੇਗਾ ਨਹੀਂ। ਤੇ ਜਿਹੜੇ ਜੀ ਅਸੀਂ ਸੁਧਾਰ ਘਰ ਅੱਜ ਬਣਾਏ ਨੇ, ਬਿਲਕੁਲ ਉਹਨਾਂ ਜੀ ਦੇ ਵਿੱਚ ਅਸੀਂ ਸਗੋਂ ਹੋਰ ਤਗੜੇ ਇਸ ਤਰੀਕੇ ਦੇ ਗੈਂਗਸਟਰ ਤਿਆਰ ਕਰ ਰਹੇ ਹਾਂ ਕਿ ਇੱਕ ਸਿਰਫ ਵਿਚਾਰ ਨਾ ਮਿਲਣੇ। ਦੇਖੋ ਗੁਰਬਾਣੀ 'ਚ ਕਿਹਾ, ਕਿਛ ਕਹੀਏ ਕਿਛ ਸੁਣੀਏ ਕਿਛ ਕਹੀਏ ਬਿਲਕੁਲ ਦਾ ਜੀ ਹਾਂਜੀ ਮਤਲਬ ਸਮਝੋ ਕਿ ਅਸੀਂ ਤਾਂ, ਨਾਲੇ ਦੂਜੀ ਬੜੀ ਕਲੀਅਰ ਲਿਖਿਆ, ਮੂਰਖ ਹੈ ਨਾਲ ਨਾ ਲੂਝੀਏ। ਭਾਈ ਸੁਣਨ ਦੀ ਸਮਰੱਥਾ ਤਾਂ ਰੱਖੀਏ, ਫਿਰ ਕਹੀਏ, ਫਿਰ ਜੀ ਕੁਝ ਸੰਵਾਦ ਕਰੀਏ, ਤਾਂ ਕਿ ਉਹਦੇ ਵਿੱਚੋਂ ਅਸੀਂ ਇੱਕ ਦੂਜੇ ਨਾਲ ਕੁਝ ਜਾਣਕਾਰੀ ਹਾਸਲ ਕਰੀਏ, ਕੁਝ ਸਿੱਖ ਸਕੀਏ। ਨਾ ਕਿ ਤੇਰੇ ਮੇਰੇ ਵਿਚਾਰ ਨਹੀਂ ਮਿਲਦੇ ਤੈਨੂੰ ਗੋਲੀ ਚੁੱਕ ਕੇ ਮਾਰ ਦੇਣੀ, ਜੀ ਤੇਰੀ ਜੀ ਜੀ ਲੇਖਣੀ ਤੋਂ ਮੈਂ ਖੁਸ਼ ਨਹੀਂ ਤੈਨੂੰ ਗੋਲੀ ਮਾਰ ਦੇਣੀ। ਇਹ ਕਿਸ ਤਰ੍ਹਾਂ ਦਾ ਅਸੀਂ ਸੋਚ ਪਾਲੀ ਹੋਈ ਹੈ ਕਿ ਦੂਜੇ ਦੀ ਵਿਚਾਰਧਾਰਾ ਅਸੀਂ ਆਜ਼ਾਦੀ ਨਾ ਬੋਲਣ ਦੀ ਦੇ ਰਹੇ ਹਾਂ, ਨਾ ਲਿਖਣ ਦੀ ਦੇ ਰਹੇ ਹਾਂ। ਹਾਂਜੀ ਅਸੀਂ ਤਾਂ ਸਿਰਫ ਇੱਕੋ ਹੀ ਹੱਕ ਤਰੀਕਾ ਜਾਣਦੇ ਹਾਂ ਕਿ ਉਹਨੂੰ ਵੱਢ ਦੇਣਾ, ਕਤਲ ਕਰ ਦੇਣਾ। ਇਹ ਸੋਚ ਕਿੰਨੀ ਦੇਰ ਚੱਲੇਗੀ? ਡੀਹਿਊਮਨਾਈਜੇਸ਼ਨ ਜਦੋਂ ਸੁਸਾਇਟੀ ਦੀ ਹੋ ਜਾਏ ਨਾ, ਉਹ ਫਿਰ ਤਬਾਹੀ ਵੱਲ ਜਾਂਦੇ ਕਦਮ ਹੁੰਦੇ ਨੇ, ਜਿੱਥੇ ਨਾ ਮਾਂ ਸੁਰੱਖਿਅਤ, ਨਾ ਧੀ ਸੁਰੱਖਿਅਤ, ਨਾ ਪੁੱਤ ਸੁਰੱਖਿਅਤ, ਨਾ ਪਿਓ ਸੁਰੱਖਿਅਤ। ਕੌਣ ਏ? ਤੁਸੀਂ ਆਪ ਆਪਣੇ ਦਿਲ ਤੇ ਹੱਥ ਰੱਖਿਓ ਵੀਰ। ਸੱਚਮੁੱਚ ਚੱਲਦੇ ਪ੍ਰੋਗਰਾਮ ਲਾਈਵ ਵਿੱਚ ਮੈਂ ਇਹ ਸੱਚ ਦਾਵਾ ਕਰਨਾ ਚਾਹੁੰਦੀ ਹਾਂ ਕਿ ਕੋਈ ਵੀ ਜਣਾ ਜਿਹੜਾ ਛਾਤੀ ਤੇ ਹੱਥ ਰੱਖ ਕੇ ਕਹਿ ਸਕੇ, ਹਾਂ ਮੈਂ ਪੂਰਨ ਰੂਪ ਵਿੱਚ ਸੁਰੱਖਿਅਤ ਮਹਿਸੂਸ ਕਰਦਾ, ਅੱਜ ਮੇਰੀ ਧੀ ਰਾਤ 11 ਵਜੇ ਕੱਲੀ ਆਏਗੀ, ਕੱਖ ਵੀ ਨਹੀਂ ਉਹਨੂੰ ਹੋਏਗਾ। ਜੇ ਅਸੀਂ ਜੀ ਸੁਰੱਖਿਅਤ ਹੀ ਬਿਲਕੁਲ ਜੀ, ਮੈਂ ਮਹਿਸੂਸ ਇਹ ਨਹੀਂ ਸਵਾਲ ਵੀ ਕਰ ਲੈਣਾ ਰਹੇ ਚਾਹੁੰਦਾ ਸੀਗਾ ਜੀ ਜੀ। ਬਿਲਕੁਲ ਜੀ। ਸੋ ਇਹ ਮੇਰਾ ਸਵਾਲ ਵੀ ਸੀਗਾ ਕਿ ਇਸ ਜੋ ਸਾਰਾ ਕੁਝ ਵਾਪਰਿਆ ਉਸ ਦੇ ਸਾਈਕੋਲੋਜੀਕਲ ਪ੍ਰਭਾਵ, ਕਿਉਂਕਿ ਇੱਕ ਡਰ ਸਹਿਮ ਵੀ ਫੈਲ ਗਿਆ ਹੈ। ਦੂਸਰਾ ਜਿਹੜੀ ਇਹ ਜਵਾਨੀ ਹੈ, ਜਿਹੜੇ ਉਹਦੇ ਪ੍ਰਸ਼ੰਸਕ ਸੀਗੇ ਉਹ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਪੋਸਟਾਂ ਵੀ ਪਾ ਰਹੇ ਨੇ। ਸੋ ਇਸ ਸਭ ਚੀਜ਼ਾਂ ਦਾ ਜਿਹੜਾ ਸਾਈਕੋਲੋਜੀਕਲ ਪ੍ਰਭਾਵ ਹੈ, ਮੈਂ ਉਹਦੇ ਬਾਰੇ ਵੀ ਜ਼ਰੂਰ ਜਾਣਨਾ ਚਾਹੂੰਗਾ ਤੁਹਾਡੇ ਕੋਲ। ਦੇਖੋ ਅਫਸੋਸ ਮੈਨੂੰ ਨਹੀਂ ਲੱਗਦਾ ਵੀ ਕੋਈ ਹੋਏਗਾ ਜਿਹਨੂੰ ਨਹੀਂ ਹੋਇਆ ਹੋਏਗਾ, ਤੇ ਜਿਹਨੂੰ ਨਹੀਂ ਹੋਇਆ ਨਾ, ਉਹ ਇਨਸਾਨ ਕਹਾਇਆ ਹੀ ਨਹੀਂ ਜਾਣਾ ਚਾਹੀਦਾ। ਕਿਉਂਕਿ ਜੀ ਕਤਲ ਕਿਸੇ ਵੀ ਪੱਖੋਂ, ਉਹ ਵੀ ਇਸ ਤਰੀਕੇ ਨੇ ਹੱਥੇ ਦਾ, ਤੇ ਉਹ ਵੀ ਯਾਨੀ ਬਿਨਾਂ ਕਿਸੇ ਇਸ ਤਰੀਕੇ ਦੀ ਗੱਲ ਦਾ ਕਿਉਂ ਅਸੀਂ ਕਿਸੇ ਨੂੰ ਕਤਲ ਨੂੰ ਜਾਇਜ਼ ਠਹਿਰਾ ਰਹੇ ਹਾਂ, ਨਹੀਂ ਗੱਲ ਠੀਕ। ਦੂਜੇ ਪਾਸੇ
ਇਹ ਸੋਚ ਕਿ ਅਸੀਂ ਸਿਰਫ ਫੇਸਬੁੱਕਾਂ ਤੇ ਇੱਕ ਅਫਸੋਸ ਪਾ ਕੇ ਤੇ ਆਪੋ ਆਪਣੇ ਕੰਮਾਂ 'ਚ ਫਿਰ ਰੁੱਝ ਜਾਵਾਂਗੇ। ਕਿੰਨੀ ਕੁ ਦੇਰ ਲੋਕਾਂ ਨੇ ਦੀਪ ਸਿੱਧੂ ਨੂੰ ਯਾਦ ਰੱਖਿਆ, ਜਾਂ ਬਿਲਕੁਲ ਕਿੰਨੀ ਕੁ ਦੇਰ ਅਸੀਂ ਪਹਿਲਾਂ ਆਪਣੇ ਕਬੱਡੀ ਦੇ ਨੌਜਵਾਨਾਂ ਨੂੰ ਯਾਦ ਰੱਖਿਆ, ਜਾਂ ਉਸ ਤੋਂ ਜੀ ਪਹਿਲਾਂ ਵੀ ਚਲੇ ਜਾਈਏ ਕਿੰਨਿਆਂ ਕੁ ਨੂੰ ਅਸੀਂ ਯਾਦ ਰੱਖਦੇ ਹਾਂ ਦਿਨ ਦਿਹਾੜੇ ਜਿਨ੍ਹਾਂ ਦੇ ਕਤਲ ਹੁੰਦੇ ਨੇ। ਗੱਲ ਇਹ ਹੈ ਕਿ ਅਸੀਂ ਆਪਣੀ ਸੋਚ ਜੋ ਕ੍ਰਾਂਤੀ ਪਹਿਲੇ ਸਮਿਆਂ ਵਿੱਚ ਹੁੰਦੀ ਸੀ ਉਹਨੂੰ ਖਤਮ ਕਰਕੇ ਸਾਡੀ ਸੋਚ ਫੇਸਬੁੱਕ ਤੇ ਆਪਣਾ ਪਾ ਕੇ ਆਪਣੀ ਦਿਹਾੜੀ ਨੂੰ ਤੁਰ ਜਾਂਦੇ ਆ। ਇੱਕ ਜੀ ਵੀ ਦਿਨ ਅਫਸੋਸ ਵਜੋਂ, ਇੱਕ ਸੋਗ ਦੀ ਲਹਿਰ ਵਜੋਂ ਕੋਈ ਵੀ ਚੀਜ਼ ਅਸੀਂ ਸੋਚੀਏ ਵੀ ਇਹ ਬੰਦ ਹੋਈ, ਕਿ ਅੱਜ ਆਪਣੇ ਮਨੋਂ ਅਸੀਂ ਸੋਚਿਆ ਕਿ ਇਹ ਕੱਲ ਨੂੰ ਵਾਰੀ ਮੇਰੀ ਹੋ ਸਕਦੀ ਹੈ। ਅੱਜ ਅਸੀਂ ਘੱਟੋ ਘੱਟ ਇੱਕ ਦਿਨ ਕਹੀਏ ਕਿ ਅਸੀਂ ਸੋਗ ਦਾ ਦਿਨ ਪੰਜਾਬ ਵਿੱਚ, ਕਿ ਇਹ ਅੱਗੇ ਤੋਂ ਕਤਲ ਨਾ ਹੋਣ। ਇੱਕ ਸਖਤ ਸੁਨੇਹਾ ਜਾਂਦਾ ਕਿ ਅੱਜ ਪੂਰਾ ਪੰਜਾਬ ਬੰਦ ਹੈ ਸਿਰਫ ਸੋਗ ਵਜੋਂ, ਕੁਝ ਜੀ ਵੀ ਹੋਰ ਨਹੀਂ ਅਸੀਂ ਕਰ ਰਹੇ, ਕੋਈ ਰੋਕ ਨਹੀਂ ਲਾ ਰਹੇ, ਸੜਕਾਂ ਤੇ ਨਹੀਂ ਰੋਕਿਆ, ਲੋੜਵੰਦਾਂ ਨੂੰ ਨਹੀਂ ਰੋਕਿਆ। ਪਰ ਅੱਜ ਅਸੀਂ ਸ਼ਟ ਡਾਊਨ ਸਾਰਾ ਵਰਕ ਕੀਤਾ ਇਹ ਦਿਖਾਉਣ ਨੂੰ, ਇੱਕ ਰੋਸ ਵਜੋਂ ਕਿ ਗਨ ਕਲਚਰ ਬੰਦ ਕਰੋ, ਗੈਂਗਸਟਰ ਕਲਚਰ ਬੰਦ ਕਰੋ। ਤੇ ਉਹ ਸਿਆਸਤਦਾਨ ਜਿਨ੍ਹਾਂ ਦੀ ਸ਼ਹਿ ਹੇਠ ਚੱਲਦੇ ਨੇ, ਉਹਨਾਂ ਸਿਆਸਤਦਾਨਾਂ ਦਾ ਟੋਟਲ ਬਾਈਕਾਟ, ਉਹਨਾਂ ਨੂੰ ਦਰਕਿਨਾਰ ਕਰ ਦਿੱਤਾ ਜਾਵੇ, ਬਾਹਰ ਨਿਕਲ ਜਾਓ ਪੰਜਾਬ ਚੋਂ। ਇਹ ਸਖਤ ਸੁਨੇਹਾ ਸਾਡੇ ਪੰਜਾਬੀਆਂ ਨੂੰ ਦੇਣਾ ਆਉਂਦਾ ਹੈ। ਹੁਣੇ ਜੇ ਕਰਕੇ ਦਿਖਾਇਆ ਉਹਨਾਂ ਨੇ ਚੋਣਾਂ ਦੇ ਵਿੱਚ, ਪਰ ਜੇ ਕਿਤੇ ਇਹ ਸੁਨੇਹਾ ਜਾ ਗਿਆ ਹੁੰਦਾ ਕਿ ਸ਼ਾਂਤਮਈ ਢੰਗ ਨਾਲ ਅੱਜ ਪੂਰਾ ਪੰਜਾਬ ਬੰਦ ਹੈ, ਵਿਰੋਧ ਕਰਦਾ ਕਿ ਪੰਜਾਬ ਨੇ ਬਹੁਤ ਨੌਜਵਾਨ ਗਵਾਏ ਨੇ, ਬਹੁਤ ਜੀ ਬੇਅੰਤ, ਹੋਰ ਅਸੀਂ ਨੌਜਵਾਨ ਨਹੀਂ ਇਸ ਤਰ੍ਹਾਂ ਜਾਣ ਦੇਣੇ ਚਾਹੁੰਦੇ। ਤੇ ਇਸ ਤਰੀਕੇ ਦਾ ਗੈਂਗਸਟਰ ਕਲਚਰ ਕੋਈ ਰਾਜਸਥਾਨ ਤੋਂ ਆਏਗਾ, ਕੋਈ ਦਿੱਲੀੋਂ ਆਏਗਾ, ਕੋਈ ਹਰਿਆਣੇ ਚੋਂ ਨਿਕਲ ਕੇ ਆਏਗਾ, ਮਾਰੇਗਾ, ਫਿਰ ਦੌੜ ਜਾਏਗਾ ਤੇ ਕਦੇ ਵੀ ਨਾ ਫੜਿਆ ਜਾਏਗਾ। ਇਹ ਆਖਰ ਕਿਉਂ ਅਸੀਂ ਇਹਨੂੰ ਵਧਾ ਰਹੇ ਹਾਂ? ਸਮਝ ਕਿਉਂ ਨਹੀਂ ਆ ਰਹੀ ਕਿ ਜ਼ਿੰਦਗੀ ਸੀਮਤ ਹੈ। ਕੱਲ ਨੂੰ ਕਿਸੇ ਨੇ ਪੌੜੀਆਂ ਤੋਂ ਤਿਲਕ ਕੇ ਵੀ ਮਰ ਜਾਣਾ, ਕੋਈ ਐਕਸੀਡੈਂਟ 'ਚ ਮਰ ਸਕਦਾ, ਹਵਾਈ ਜਹਾਜ਼ 'ਚ ਗਿਆ ਉੱਥੇ ਖਤਮ ਹੋ ਸਕਦਾ। ਪਰ ਇਹੋ ਜਿਹਾ ਮਰਵਾਉਣਾ ਇਹ ਠੀਕ ਨਹੀਂ ਹੈ, ਇਹ ਗਲਤ ਰਾਹ ਵੱਲ ਨੂੰ ਤੋਰ ਰਹੇ ਹਾਂ। ਅਮਰੀਕਾ 'ਚ ਅਸੀਂ ਦੇਖ ਲਿਆ ਗਨ ਕਲਚਰ ਨੇ ਕੀ ਤਬਾਹੀ ਬਿਲਕੁਲ ਮਚਾਈ ਹੈ। ਹਾਂਜੀ ਕੈਨੇਡਾ ਵਿੱਚ ਤਾਂ ਹੀ ਇਹ ਬੰਦ ਕੀਤਾ ਭਾਈ, ਇਹਨੂੰ ਬੰਦ ਕਰੋ, ਇਸ ਤਰ੍ਹਾਂ ਦੇ ਨਾ ਕਰੋ। ਪਰ ਉੱਥੇ ਵੀ ਗੈਂਗਵਾਰਸ ਬੰਦ ਦੇ ਬਾਵਜੂਦ ਸਾਨੂੰ ਪਤਾ ਹੈ ਡਰੱਗਸ ਕਿਵੇਂ ਨੇ, ਉੱਥੇ ਵੀ ਇਸੇ ਤਰ੍ਹਾਂ ਦੀਆਂ ਕਿਲਿੰਗਸ ਚੱਲ ਰਹੀਆਂ ਨੇ। ਜੀ ਪਰ ਸਾਨੂੰ ਭਾਰਤ ਜੋ ਕਿ ਅਜੇ ਭੁੱਖਮਰੀ ਦਾ ਸ਼ਿਕਾਰ ਹੈ, ਅਜੇ ਮਲੇਰੀਆ ਨਾਲ ਮਰੀ ਜਾਂਦੇ ਆ, ਅਸੀਂ ਟੱਟੀਆਂ ਉਲਟੀਆਂ ਤੋਂ ਅਜੇ ਅਸੀਂ ਬੱਚੇ ਮਾਰ ਰਹੇ ਹਾਂ, ਸਾਡੇ ਜੀ ਤਾਂ ਹਾਰਟ ਅਟੈਕਸ ਨਾਲ ਵੱਖ ਮਰ ਰਹੇ ਆ, ਕੈਂਸਰ ਨੇ ਵੱਖ ਲੱਕ ਤੋੜਿਆ ਪਿਆ, ਉੱਤੋਂ ਪਾਣੀ ਖਤਮ ਹੋ ਰਿਹਾ, ਉੱਤੋਂ ਹਵਾ ਜ਼ਹਿਰੀਲੀ ਹੈ, ਜ਼ਮੀਨ ਇਸ ਵੇਲੇ ਸਾਡੀ ਜ਼ਹਿਰ ਉਗਲ ਰਹੀ ਹੈ। ਅਸੀਂ ਤਾਂ ਹਰ ਪਾਸਿਓਂ ਮਾਰੇ ਪਏ ਆ, ਸਾਡੀ ਤਾਂ ਜ਼ਬਾਨ ਤੱਕ ਖੋਈ ਜਾ ਰਹੀ ਹੈ, ਸਾਡਾ ਕਲਚਰ ਖਤਮ ਹੁੰਦਾ ਪਿਆ, ਸਾਡੇ ਵਿੱਚ ਆ ਕੇ ਲੋਕ ਈਸਾਈ ਬਣਨ ਲੱਗ ਗਏ, ਸਾਡੇ ਹਿੰਦੀ ਨੇ ਜੱਫਾ ਪਾ ਲਿਆ, ਹਰ ਜੀ ਪਾਸਿਓਂ ਮਾਰ ਪੈਂਦੀ ਚ। ਜੇ ਨੌਜਵਾਨ ਵੀ ਇਸੇ ਤਰ੍ਹਾਂ ਤੁਰਦੇ ਗਏ ਤਾਂ ਫਿਰ ਪੰਜਾਬ ਬਚਿਆ ਕੀ ਰਹੇਗਾ? ਇਹ ਤਾਂ ਸਿਰਫ ਇੱਕ ਬੰਬ ਹੀ ਰਹਿ ਜਾਏਗਾ, ਤਬਾਹੀ ਵੱਲ ਜਾਂਦਾ, ਇੱਕ ਦਿਨ ਫਟੇਗਾ ਲਾਵਾ ਤੇ ਖਤਮ ਹੋ ਜਾਏਗਾ। ਹਰ ਪੜ੍ਹਿਆ ਲਿਖਿਆ ਸੂਝਵਾਨ ਬੱਚਾ ਜਬਰੀ ਅਸੀਂ ਬਾਹਰ ਧੱਕ ਰਹੇ ਹਾਂ ਕਿ ਨਿਕਲ ਜਾ, ਇੱਥੇ ਨਾ ਰਹਿ। ਹਰ ਮਾਂ ਪਿਓ ਨੂੰ ਫਿਕਰ ਹੈ ਕਿ ਜੇ ਇੱਥੇ ਰਿਹਾ ਜਾਂ ਤਾਂ ਕਿਸੇ ਗੋਲੀ ਦਾ ਸ਼ਿਕਾਰ ਹੋਏਗਾ ਜਾਂ ਨਸ਼ਿਆਂ ਵੱਲ ਤਾੜ ਦਿੱਤਾ ਜਾਏਗਾ, ਭਾਈ ਤੂੰ ਬਾਹਰ ਹੀ ਚਲਾ ਜਾ। ਤਾਂ ਫਿਰ ਦੱਸੋ ਇੱਥੇ ਕੀ ਰਹੇਗਾ? ਜੀ ਜੀ ਬਿਲਕੁਲ ਜੀ। ਸੋ ਵਾਕਈ ਬਹੁਤ ਵੱਡੇ ਸਵਾਲ ਖੜੇ ਹੋ ਗਏ ਨੇ ਕਿ ਪੰਜਾਬ ਬਚੇਗਾ ਕਿਵੇਂ, ਤੇ ਪੰਜਾਬ ਦੇ ਵਿੱਚ ਆਖਿਰਕਾਰ ਜਿਹੜਾ ਹੈ ਇਸ ਨੂੰ ਸਹੀ ਰਾਹ ਦੇ ਉੱਤੇ ਲਾਉਣ ਲਈ ਕੀ ਕੀਤਾ ਜਾਵੇਗਾ। ਸੋ ਬਹੁਤ ਹੀ ਬਿਲਕੁਲ। ਇੱਕ ਜੀ ਹੋਰ ਅਹਿਮ ਦੇਖੋ ਚੀਜ਼ ਕਿ ਸਾਡੇ ਜਿੱਥੇ ਮੈਂ ਗੱਲ ਕੀਤੀ ਸੀ ਹੁਣੇ, ਸਾਡੇ ਬਜ਼ੁਰਗ ਰਹਿ ਗਏ ਜਿਨ੍ਹਾਂ ਨੂੰ ਮਾਈਗ੍ਰੈਂਟਸ ਵੱਲੋਂ ਧੜਾ ਧੜ ਮਾਰਿਆ ਜਾ ਰਿਹਾ, ਜਦਾਦਾਂ ਜੀ ਲੁੱਟੀਆਂ ਜਾ ਰਹੀਆਂ। ਦੂਜੇ ਪਾਸੇ ਜਿਹੜੇ ਨੌਜਵਾਨ ਰਹਿ ਗਏ ਉਹਨਾਂ ਨੂੰ ਅਸੀਂ ਬੜਾ ਅਜੀਬ ਜਿਹਾ ਰਾਹ ਦਿਖਾਇਆ ਹੈ, ਵਿਹਲੜਪੁਣੇ ਦਾ। ਅਸੀਂ ਮੁਫਤਖੋਰੀ ਵੱਲ ਤੋਰਿਆ, ਕੰਮ ਨਾ ਕਰੋ, ਬਹਿ ਜਾਓ, ਆਹ ਚੀਜ਼ ਮੁਫਤ, ਇੰਨੀ ਮੁਫਤ, ਫਲਾਣੇ ਧਰਮ ਦਿਓ ਇੰਨਾ ਮੁਫਤ, ਫਲਾਣੀ ਜਾਤ ਦਿਓ ਆਹ ਮੁਫਤ। ਜੀ ਯਾਨੀ ਅਸੀਂ ਜਿਹੜਾ ਕਿਰਤ ਦਾ ਰਾਹ ਸੀ, ਜਿਹੜਾ ਸਾਨੂੰ ਸਰਬੱਤ ਦੇ ਭਲੇ ਵੱਲ ਤੋਰਦਾ, ਜਿਹੜਾ ਸਾਨੂੰ ਇੱਕ ਦੂਜੇ ਨਾਲ ਜੋੜਨ ਦਾ ਰਾਹ ਸੀ, ਸਾਡੀ ਚੜ੍ਹਦੀ ਕਲਾ ਦਾ ਰਾਹ ਸੀ, ਸਾਨੂੰ ਬਿਮਾਰੀਆਂ ਤੋਂ ਬਚਾਉਂਦਾ ਸੀ, ਲੰਬੀ ਉਮਰ ਭੋਗਣ ਦਾ ਰਾਹ ਸੀ, ਉਹ ਸਾਰੀ ਚੀਜ਼ ਤੋਂ ਪਰਾਂ ਤੱਕ ਕਿ ਵਕਤੀ ਸਿਰਫ ਕੁਝ ਸੀਟਾਂ ਦਾ ਫਾਇਦਾ, ਕਿਸੇ ਇਨਸਾਨ ਦਾ ਫਾਇਦਾ ਲੈਣ ਲਈ ਸਾਨੂੰ ਪੋਲੀਟੀਕਲ ਜੋ ਕਲਚਰ ਨੇ ਜਿਸ ਤਰੀਕੇ ਨਾਸ ਮਾਰਿਆ, ਸਾਡੀ ਜਵਾਨੀ ਇਸ ਦਲਦਲ ਚੋਂ ਨਿਕਲ ਨਹੀਂ ਸਕਣ ਲੱਗੀ। ਕਿਉਂਕਿ ਜੇ ਵਰਕ ਕਲਚਰ ਖਤਮ ਹੋ ਜਾਏ, ਮੁਫਤਖੋਰੀ ਵੱਲ ਤੁਰ ਜਾਏ,
ਤਾਂ ਇਹ ਫਿਰ ਬੜੇ ਸੌਖੇ ਤਰੀਕੇ ਨਸ਼ੇ ਵੱਲ ਵੀ ਜਾਣਗੇ, ਬਹੁਤ ਸੌਖੇ ਤਰੀਕੇ ਗੈਂਗਸਟਰ ਕਲਚਰ ਵੱਲ ਵੀ ਜਾਣਗੇ, ਕਿਉਂਕਿ ਉੱਥੇ ਪੈਸਾ ਬਹੁਤ ਅੰਨਾ ਦਿਸਦਾ ਵਿਹਲੇ ਬਹਿਣ ਨੂੰ। ਇਹ ਤਿਆਰ ਕਰਨ ਵਾਲੇ ਕੌਣ ਨੇ? ਇਹੀ ਪੋਲੀਟੀਕਲ ਬੰਦੇ ਜਿਨ੍ਹਾਂ ਨੂੰ ਫਿਰ ਆਪ ਹੀ ਲੋੜ ਮਹਿਸੂਸ ਹੁੰਦੀ ਹੈ ਕਿ ਅਸੀਂ ਚੁਫੇਰਿਓਂ ਘਿਰੇ ਜਾਈਏ ਪੁਲਿਸ ਵੱਲੋਂ, ਇਹ ਮਾਰ ਨਾ ਦੇਣ। ਭਈ ਤਿਆਰ ਕੌਣ ਕਰ ਰਿਹਾ? ਤੁਸੀਂ ਹੀ ਤਿਆਰ ਕਰ ਰਹੇ ਹੋ। ਜੇ ਇੰਨੀ ਕੁ ਗੱਲ ਇਸ ਪ੍ਰੋਗਰਾਮ ਰਾਹੀਂ ਸਾਡਾ ਇੱਕ ਵੀ ਸਿਆਸਤਦਾਨ ਸਮਝ ਜਾਏ ਕਿ ਜਿਨ੍ਹਾਂ ਨੂੰ ਅੱਜ ਵਿਹਲੇ ਬਿਠਾ ਕੇ ਖਵਾ ਰਹੇ ਹੋ ਇਹੀ ਜਾਣਗੇ ਗਨ ਕਲਚਰ ਵੱਲ, ਇਹੀ ਤੁਹਾਨੂੰ ਢਾਉਣਗੇ ਕੱਲ ਨੂੰ, ਇਹਨਾਂ ਤੋਂ ਹੀ ਬਚਣ ਦੀ ਕੋਸ਼ਿਸ਼ ਕਰ ਰਹੇ ਹੋ। ਸੋ ਤੁਸੀਂ ਆਪਣੀ ਫਲੌਂਟ ਕਰਦੇ ਹੋ ਜਦੋਂ ਵੈਲਥ, ਕਿ ਮੈਂ ਅਮੀਰ ਹਾਂ, ਮੇਰੇ ਕੋਲ ਆ ਹੈ, ਮੇਰੇ ਕੋਲ ਇਹ ਹੈ। ਦੂਜੇ ਪਾਸੇ ਜਿਹੜਾ ਰੋਟੀ ਨੂੰ ਤਰਸਦਾ ਉਹ ਕੀ ਕਰੇ ਵਿਚਾਰਾ? ਕਿਸੇ ਪਾਸੇ ਜੋਗੇ ਤਾਂ ਛੱਡੀਏ। ਸੋ ਇਹ ਡਿਸਪੈਰਿਟੀ ਜੋ ਅਸੀਂ ਬਹੁਤ ਵੱਡੀ ਕ੍ਰੀਏਟ ਕਰ ਰਹੇ ਹਾਂ, ਇਹਨੂੰ ਖਤਮ ਕਰਨ ਦੀ ਲੋੜ ਹੈ, ਵਰਨਾ ਬਹੁਤ ਗਲਤ ਰਾਹ ਵੱਲ ਪੰਜਾਬੀ ਤੁਰ ਪੈਣਗੇ। ਜੀ 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 ਬਿਲਕੁਲ ਜੀ। ਪੰਜਾਬ ਹਰ ਪਾਸੋਂ ਘਿਰਿਆ ਪਿਆ ਤੇ ਕਿਰਤ ਤੋਂ ਅਸੀਂ ਦੂਰ ਹੋਏ ਪਏ ਹੈਗੇ। ਇਹਨਾਂ ਸਾਰੀਆਂ ਗੱਲਾਂ ਕਰਕੇ ਹੀ ਪੰਜਾਬ ਨੂੰ, ਭਾਵੇਂ ਨਸ਼ਾ ਹੈ, ਭਾਵੇਂ ਗਨ ਕਲਚਰ ਹੈ, ਭਾਵੇਂ ਵਿਦੇਸ਼ ਜਾਣਾ ਜਾਂ ਹੋਰ ਵੱਖਰੀਆਂ ਵੱਖਰੀਆਂ ਸਮੱਸਿਆਵਾਂ ਨੇ, ਹਰ ਪਾਸਿਓਂ ਜਿਹੜਾ ਹੈ ਸਾਨੂੰ ਘਿਰਿਆ ਪਿਆ ਹੈਗਾ। ਅਤੇ ਇਹਦਾ ਹੱਲ ਇਹੀ ਹੈ ਕਿ ਅਸੀਂ ਸੁਚੱਜੇ ਹੋ ਕੇ ਸਰਬੱਤ ਦਾ ਭਲਾ ਮੰਗਣ ਵਾਲੇ ਰਾਹ 'ਤੇ ਤੁਰੀਏ, ਕਿਰਤ ਕਰਨ ਦੀ ਆਦਤ ਪਾਈਏ। ਸੋ ਇੱਦਾਂ ਦੇ ਸਾਰੇ ਮੁੱਦੇ ਨੇ। ਤੁਸੀਂ ਬਹੁਤ ਅਹਿਮ ਜਿਹੜੇ ਅੱਜ ਦੇ ਸਵਾਲ ਜਿਹੜੇ ਨੇ ਉਠਾਏ ਨੇਗੇ। ਸੋ ਇਹਨਾਂ ਸਵਾਲਾਂ ਦੇ ਲਈ ਅਤੇ ਪ੍ਰੋਗਰਾਮ ਦੇ ਦੌਰਾਨ ਗੱਲਬਾਤ ਕਰਨ ਦੇ ਲਈ ਡਾਕਟਰ ਹਰਜਿੰਦਰ ਕੌਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜੀ ਜੀ ਬਿਲਕੁਲ। ਮੈਂ ਬਸ ਜਾਂਦੇ ਜਾਂਦੇ ਇੱਕ ਆਖਰੀ ਸਵਾਲ ਜੇ ਇਜਾਜ਼ਤ ਦਿਓ ਤਾਂ ਲੋਕਾਂ ਨੂੰ ਕਰਨਾ ਚਾਹੁੰਦੀ ਹਾਂ, ਸੁਣਨ ਵਾਲਿਆਂ ਨੂੰ, ਕਿਉਂਕਿ ਇਸ ਪ੍ਰੋਗਰਾਮ ਨੂੰ ਸੁਣਨ ਵਾਲੇ ਬਹੁਤ ਸੁਚੇਤ ਬੰਦੇ ਨੇ ਤੇ ਬੜੇ ਸੂਝਵਾਨ ਵੀ ਨੇ। ਬਸ ਇੰਨਾ ਹੀ ਸਵਾਲ ਕਿ ਕੀ ਲਾਅ ਦਾ ਫੀਅਰ ਖਤਮ ਹੋ ਜਾਣਾ, ਯਾਨੀ ਡਰ ਕਾਨੂੰਨ ਦਾ ਜਦੋਂ ਜਾਂ ਪੁਲਿਸ ਦਾ ਖਤਮ ਹੋ ਜਾਣਾ, ਇਹ ਵੱਡੀ ਪੱਧਰ ਉੱਤੇ ਫੈਲ ਜਾਏ, ਤੁਸੀਂ ਸਮਝ ਹੀ ਲਓ ਫਿਰ ਕੀ ਤਬਾਹੀ ਆਉਣੀ ਹੈ। ਤੇ ਕੀ ਕਿਸੇ ਨੂੰ ਇਹ ਸਜ਼ਾ ਨਹੀਂ ਮਿਲਣੀ ਚਾਹੀਦੀ? ਜਿੱਥੇ ਕਾਨੂੰਨ ਦਾ ਫੇਲੀਅਰ ਹੋਵੇ, ਉਹ ਖਾਸ ਤੌਰ ਤੇ ਜਿਹੜੇ ਵਿੱਚ ਸਿਲੈਕਟਡ ਇਹਨਾਂ ਦੇ ਵਿੱਚ ਬੰਦੇ ਹਨ ਪੁਲਿਸ ਅਫੀਸ਼ੀਅਲਸ, ਜੇ ਉਹਨਾਂ ਨੂੰ ਅੱਜ ਵੀ ਬਖਸ਼ ਦਿੱਤਾ ਤੇ ਬਾਕੀਆਂ ਲਈ ਐਗਜ਼ਾਮਪਲ ਸੈੱਟ ਹੋ ਜਾਏਗਾ ਕਿ ਸਾਨੂੰ ਕੋਈ ਵੀ ਹੱਥ ਨਹੀਂ ਲਾ ਸਕਦਾ। ਜਿੰਨਾ ਮਰਜ਼ੀ ਜ਼ੁਲਮ ਕਰਨਾ ਚਾਹੀਏ ਕਰ ਸਕਦੇ ਹਾਂ, ਕਿ ਉਹਨਾਂ ਨੂੰ ਸਜ਼ਾ ਨਹੀਂ ਹੋਣੀ ਚਾਹੀਦੀ, ਉਹਨਾਂ ਤੇ ਉਂਗਲ ਨਹੀਂ ਚੁੱਕਣੀ ਚਾਹੀਦੀ। ਇੰਟੈਲੀਜੈਂਸ ਫੇਲੀਅਰ ਤੇ ਕੀ ਸਵਾਲ ਨਹੀਂ ਚੁੱਕਣਾ ਚਾਹੀਦਾ। ਮੈਂ ਸਿਰਫ ਇੰਨੀ ਹੋਈ ਬੇਨਤੀ ਕਰਨਾ ਚਾਹੁੰਦੀ। ਜੀ 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 ਬਿਲਕੁਲ ਜੀ। ਤੁਹਾਡੇ ਹਰ ਸਵਾਲ ਬਿਲਕੁਲ ਵਾਜਿਬ ਹੈ ਜੀ। ਤੇ ਸਾਨੂੰ ਪੰਜਾਬੀ ਹੋਣ ਨਾਤੇ ਸੋਚਣਾ ਪਏਗਾ ਹੀ ਇਹ ਸਾਰਾ ਕੁਝ, ਤਾਂ ਹੀ ਅਸੀਂ ਬਚਾ ਸਕਦੇ ਹਾਂ ਆਪਣੇ ਆਪ ਨੂੰ, ਆਪਣੀ ਆਉਣ ਵਾਲੀ ਪੀੜ੍ਹੀ ਨੂੰ। ਸੋ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਪਿਆਰੇ ਸਰੋਤੇ, ਇਹ ਸਨ ਡਾਕਟਰ ਹਰਜਿੰਦਰ ਕੌਰ ਜੀ, ਜਿਨ੍ਹਾਂ ਨੇ ਬਹੁਤ ਹੀ ਵਾਜਬ ਸਵਾਲ ਅੱਜ ਦੇ ਪ੍ਰੋਗਰਾਮ ਰਾਹੀਂ ਉਠਾਏ ਨੇ। ਸੋ ਪ੍ਰੋਗਰਾਮ ਸ਼ਮਾਦਾਨ ਨੂੰ ਅਸੀਂ ਇੱਥੇ ਹੀ ਕਰਾਂਗੇ ਸਮਾਪਤ, ਅਤੇ ਕੱਲ੍ਹ ਮੰਗਲਵਾਰ ਨੂੰ ਅਸੀਂ ਦੁਬਾਰਾ ਹਾਜ਼ਰ ਹੋਵਾਂਗੇ ਜੀ, ਅਤੇ ਵੱਖਰੇ ਵੱਖਰੇ ਵਿਸ਼ਿਆਂ ਦੇ ਉੱਤੇ ਅਤੇ ਕੱਲ੍ਹ ਦੀਆਂ ਖਬਰਾਂ ਨੂੰ ਲੈ ਕੇ ਕੱਲ੍ਹ ਗੱਲਬਾਤ ਕਰਾਂਗੇ ਜੀ। ਫਿਲਹਾਲ ਮੈਨੂੰ ਜਸਪ੍ਰੀਤ ਸਿੰਘ ਨੂੰ ਦਿਓ ਜੀ ਇਜਾਜ਼ਤ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਰੱਖਿਓ ਆਪਣਾ ਖਿਆਲ, ਰੱਬ ਰਾਖਾ। ਸ਼ਮਾਦਾਨ।